ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਉੱਡੇ ਨੇ ਥੋੜੀ ਦੇਰ ਪਹਿਲਾਂ ਦਿੱਲੀ ਨੂੰ, ਔਰ ਇਸ ਤੋਂ ਪਹਿਲਾਂ ਉਹ ਅਰੂਸਾ ਆਲਮ ਨਾਲ ਸੰਬੰਧਿਤ ਇੱਕ ਜਾਂਚ ਦੀ ਗੱਲ ਕਰਕੇ ਗਏ ਹੈ ਤੇ ਨਾਲ ਹੀ ਹਰੀਸ਼ ਰਾਵਤ ਦੀ ਜਗ੍ਹਾ ਹਰੀਸ਼ ਚੌਧਰੀ ਅੱਜ ਕਾਂਗਰਸ ਦੇ ਕਰਤਾ ਧਰਤਾ ਬਣਾ ਦਿੱਤੇ ਆ। ਪੰਜਾਬ 'ਚ ਹਲਚਲ ਤੇਜ਼ੀ ਨਾਲ ਵਧੀ ਆ। ਯੂਥ ਦੇ ਇੱਕ ਪ੍ਰੋਗਰਾਮ 'ਚ 90 ਦਿਨ ਦਾ ਖਾਕਾ ਉਲੀਕਣ ਦੀ ਗੱਲ ਕਰਕੇ ਨੇ ਚੰਨੀ। ਹੁਣ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਚੋਣ ਮੋੜ ਤੇ ਹੈ। ਸੁਖਜਿੰਦਰ ਸਿੰਘ ਰੰਧਾਵਾ ਦਾ ਦਿੱਲੀ 'ਚ ਹਾਈ ਕਮਾਂਡ ਨੂੰ ਮਿਲਣਾ ਇਸ ਗੱਲ ਦਾ ਸੂਚਕ ਹੈ ਕਿ ਗੱਲ ਪੂਰੀ ਰਾਜਨੀਤੀ ਦੀ ਹੋਊਗੀ, ਜਿਹਦੇ 'ਚ ਪ੍ਰਧਾਨ ਪ੍ਰਦੇਸ਼ ਕਾਂਗਰਸ ਵੀ ਡਿਸਕਸ ਹੋਊਗਾ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਾਂਗਰਸ ਦੀ ਸਰਕਾਰ ਆਪਣੇ ਫੁੱਲ ਮੋਡ ਤੇ ਹੈ ਕੰਮ ਦੇ ਨਜ਼ਰੀਓਂ, ਲੇਕਿਨ ਪ੍ਰਧਾਨ ਅਜੇ ਵਿੱਚ ਵਿਚਾਲੇ ਆ। ਇਹ ਗੱਲ ਕੀਤੀ ਜਾਊਗੀ, ਇਹ ਗੱਲ ਕਨਫਰਮ ਹੈ। ਲੇਕਿਨ ਵੇਖਣਾ ਇਹ ਹੋਊਗਾ ਕਿ ਹਰੀਸ਼ ਰਾਵਤ ਦੀ ਜਗ੍ਹਾ ਹਰੀਸ਼ ਚੌਧਰੀ ਕਿਹੋ ਜਿਹੇ ਰੋਲ ਵਿੱਚ ਆਉਂਦੇ ਆ, ਜਦੋਂ ਕਿ ਮਹੀਨਾ ਹੋ ਗਿਆ ਉਹਨਾਂ ਨੂੰ ਇੱਥੇ ਬੈਠਿਆਂ। ਦੂਜੇ ਬੰਨੇ ਜੇਕਰ ਅਸੀਂ ਦੇਖਦੇ ਹਾਂ ਤਾਂ ਜੋਗਿੰਦਰ ਯਾਦਵ ਦਾ ਕਿਸਾਨ ਅੰਦੋਲਨ ਚੋਂ ਮੁਅੱਤਲ ਕੀਤਾ ਜਾਣਾ, ਇਹ ਕਿਸ ਤਰ੍ਹਾਂ ਦੀ ਰਾਜਨੀਤੀ ਦਾ ਸੂਚਕ ਆ ਅੰਦੋਲਨ ਦੇ ਨਜ਼ਰੀਓਂ। ਇਹ ਬੜਾ ਦਿਲਚਸਪ ਹੈ। ਇਹ ਦਿਲਚਸਪ ਹੈ ਦੇਖਣਾ ਕਿ ਕਿਸ ਦਿਸ਼ਾ ਨੂੰ ਜਾਊਗੇ ਅਗਲੇ ਦਿਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਲਗਭਗ ਹਫ਼ਤਾ ਹੋ ਗਿਆ ਦਿੱਲੀ 'ਚ ਹੀ ਬੈਠੇ ਨੇ ਔਰ ਕਿਸੇ ਲੌਜੀਕਲ ਐਂਡ ਤੱਕ ਪਹੁੰਚਣ ਲਈ ਉਹ ਲਗਾਤਾਰ ਯਤਨਸ਼ੀਲ ਹੈ। ਮੇਰੇ ਸਰੋਤ ਇਹ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਮਤਿਆਂ ਦੀਆਂ ਕਾਪੀਜ਼ ਮੰਗਵਾ ਰਹੇ ਨੇ ਔਰ ਬਹੁਤ ਸਾਰੇ ਕਿਸਾਨੀ ਨਾਲ ਜੁੜਵੇਂ ਪੱਖ ਪਹਿਲੂ ਵਿਚਾਰੇ ਜਾ ਰਹੇ ਕਈ ਪੱਧਰਾਂ ਦੇ ਉੱਤੇ। ਇਸ ਸਥਿਤੀ ਦੇ ਵਿੱਚ ਜੋਗਿੰਦਰ ਯਾਦਵ ਨੂੰ ਇਸ ਮੂਵਮੈਂਟ ਤੋਂ ਪਾਸੇ ਕੀਤਾ ਜਾਣਾ, ਤੁਹਾਨੂੰ ਯਾਦ ਹੋਵੇ ਇਹਦੇ ਵੱਡੇ ਅਰਥ ਨੇ। ਜਦੋਂ ਕੇਂਦਰ ਨਾਲ ਗੱਲਬਾਤ ਚੱਲਦੀ ਸੀ ਕਿਸਾਨ ਜਥੇਬੰਦੀਆਂ ਦੀ, ਤੇ ਉਹਨਾਂ ਦਿਨਾਂ 'ਚ ਵਿਗਿਆਨ ਭਵਨ 'ਚ ਜੋਗਿੰਦਰ ਯਾਦਵ ਦਾ ਦਾਖਲਾ ਮਨਾ ਸੀਗਾ। ਉਹ ਉਸ ਜਿਹੜੀ ਗੱਲਬਾਤ ਦਾ ਹਿੱਸਾ ਨਹੀਂ ਸੀ ਹੁੰਦੇ ਕਿਉਂਕਿ ਕੇਂਦਰ ਨਹੀਂ ਸੀ ਚਾਹੁੰਦਾ। ਅਗਲੀ ਗੱਲ, ਰਾਜਨੀਤੀ ਦੇ ਆਪਣੇ ਹੀ ਅਸੂਲ ਹੁੰਦੇ ਆ। ਕਦੇ ਸੁੱਚਾ ਸਿੰਘ ਲੰਗਾਹ ਦਾ ਇੱਕ ਤੂਤੀ ਬੋਲਦੀ ਹੁੰਦੀ ਸੀ ਗੁਰਦਾਸਪੁਰ ਜ਼ਿਲ੍ਹੇ 'ਚ। ਅੱਜ ਦੋ ਟਿਕਟਾਂ ਐਲਾਨ ਕੀਤੀਆਂ ਸੁਖਬੀਰ ਸਿੰਘ ਬਾਦਲ ਨੇ। ਇੱਕ ਲਖਬੀਰ ਸਿੰਘ ਲੋਧੀ ਨੰਗਲ ਜਿਹੜੇ ਬਟਾਲਿਓਂ ਜਿੱਤੇ ਸੀ, ਉਹਨਾਂ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਫਤਿਹਗੜ੍ਹ ਚੂੜੀਆਂ ਵਾਲੀ ਸੀਟ ਤੋਂ ਉਤਾਰਿਆ। ਦੂਜੀ ਸਾਬਕਾ ਸਪੀਕਰ ਸਰਦਾਰ ਨਿਰਮਲ ਸਿੰਘ ਕਾਹਲੋਂ ਜਿਹੜੇ ਕਿ ਵੱਡੇ ਅਕਾਲੀ ਲੀਡਰ ਨੇ, ਉਹਨਾਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਉਤਾਰਿਆ। ਇਹ ਬੜੇ ਇਨਵਰਟਡ ਕੌਮਾਂ 'ਚ ਦੇਖਣ ਵਾਲੀ ਗੱਲ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਰਵੀਕਰਨ ਸਿੰਘ ਕਾਹਲੋਂ ਦਾ ਉਤਰਨਾ, ਇਹ ਰਵਾਇਤੀ ਸੀਟ ਰਹੀ ਹੈ। ਰੰਧਾਵਾ ਔਰ ਕਾਹਲੋਂ ਪਰਿਵਾਰਾਂ ਦੇ ਵਿੱਚ ਮੁਕਾਬਲਾ ਹੁੰਦਾ ਰਿਹਾ ਔਰ ਗਹਿ-ਗੱਚ ਹੁੰਦਾ ਰਿਹਾ। ਇਹਦੇ ਵੀ ਬੜੇ ਵੱਡੇ ਅਰਥ ਆ ਕਿਉਂਕਿ ਖਾਲੀ ਸਪੇਸ ਸੀ। ਇਹ ਵੀ ਦੇਖਣਾ ਹੋਊਗਾ ਕਿ ਇਹਨਾਂ ਸੀਟਾਂ ਦੇ ਉੱਤੇ ਆਪਸੀ ਵਿਰੋਧ ਜਿਹੜੇ ਆ ਉਹਨਾਂ ਨੂੰ ਕਿਵੇਂ ਸਿੱਝਿਆ ਜਾਂਦਾ। ਮੈਂ ਮੁੜ ਕੇ ਆਵਾਂ, ਸਰਕਾਰ ਹਰਕਤ 'ਚ ਨਜ਼ਰ ਆਉਂਦੀ ਆ। ਜ਼ਮੀਨ ਤੇ ਬੇਸ਼ੱਕ ਕੰਮ ਦਿਸਦੇ ਨਾ ਹੋਣ, ਲੇਕਿਨ ਸਰਗਰਮੀ ਪੂਰੀ ਆ। ਸੁਖਜਿੰਦਰ ਸਿੰਘ ਰੰਧਾਵਾ ਦਾ ਸਵੇਰੇ ਚਰਨਜੀਤ ਸਿੰਘ ਚੰਨੀ ਨਾਲ ਲੰਬੀ ਮੀਟਿੰਗ 'ਚ 3-3.5 ਘੰਟੇ ਬੈਠਣਾ, ਬਦਲੀਆਂ ਨੂੰ ਲੈ ਕੇ ਹੋਰ ਬਹੁਤ ਸਾਰੇ ਮੁੱਦੇ ਵਿਚਾਰੇ ਗਏ। ਇਲੈਕਸ਼ਨ 'ਚ ਜਾਣ ਤੋਂ ਪਹਿਲਾਂ ਕਿਹੜੇ ਅਫਸਰ ਕਿੱਥੇ ਪੁਲਿਸ ਤੇ ਲਾਏ ਜਾਣੇ, ਇਹਨਾਂ ਤੇ ਗੱਲ ਹੋਈ ਹੋਊਗੀ। ਲੇਕਿਨ ਉਹਨਾਂ ਦਾ ਦਿੱਲੀ ਵੱਲ ਨੂੰ ਜਾਣਾ ਤੇ ਆਪਣੀ ਸਰਕਾਰ ਦਾ ਕੁਝ ਸੁਨੇਹਾ ਲੈ ਕੇ ਹਾਈ ਕਮਾਂਡ ਨੂੰ ਮਿਲਣਾ, ਇਹਦੇ ਤੇ ਟਿੱਪਣੀ ਕਰਿਓ ਪਹਿਲਾਂ। ਕਾਂਗਰਸ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਚੱਲ ਰਿਹਾ ਹੈ, ਅਚਾਨਕ ਹੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵਾਰ ਦੁਬਾਰਾ ਰਾਜਨੀਤੀ ਦੇ ਵਿੱਚ ਵੱਡੀ ਅਨਾਉਂਸਮੈਂਟ ਕਰਨਾ, ਭਾਵੇਂ ਉਹ ਅਨਾਉਂਸਮੈਂਟ ਪਹਿਲੇ ਕਰ ਚੁੱਕੇ ਸੀਗੇ ਕਿ ਮੈਂ ਇੱਕ ਵੱਖਰੀ ਪਾਰਟੀ ਬਣਾਊਂਗਾ, ਪਰ ਕਾਂਗਰਸ ਵਿੱਚ ਨਹੀਂ ਰਹੂੰਗਾ, ਬੀਜੇਪੀ ਵਿੱਚ ਨਹੀਂ ਜਾਊਂਗਾ। ਪਰ ਐਤਕੀ ਜਦੋਂ ਬੋਲੇ ਤੇ ਉਹਨਾਂ ਨੇ ਇਹ ਗੱਲ ਸਾਫ਼ ਕਰਤੀ ਕਿ ਉਹ ਵੱਖਰੀ ਪਾਰਟੀ ਜ਼ਰੂਰ ਬਣਾਉਣਗੇ, ਪਰ ਭਾਜਪਾ ਦੇ ਨਾਲ ਜੇ ਕਿਸਾਨੀ ਮੁੱਦਿਆਂ ਦਾ ਹੱਲ ਸੰਤੋਸ਼ਜਨਕ ਹੋ ਜਾਂਦਾ ਹੈ ਤੇ ਮੈਂ ਭਾਜਪਾ ਦੇ ਨਾਲ ਅਲਾਈਅੰਸ ਕਰ ਸਕਦਾ। ਭਾਵੇਂ ਉਹਨਾਂ ਨੇ ਨਾਂ ਲਿੱਤਾ ਸੀਗਾ ਢੀਂਡਸਾ ਸਾਹਿਬ ਦਾ, ਬ੍ਰਹਮਪੁਰਾ ਸਾਹਿਬ ਦਾ, ਉਹਨਾਂ ਦੇ ਨਾਲ ਵੀ ਸਾਡਾ ਅਲਾਈਅੰਸ ਹੋਏਗਾ। ਬ੍ਰਹਮਪੁਰਾ ਸਾਹਿਬ ਨੇ ਤੁਹਾਨੂੰ ਪਤਾ ਹੀ ਹੈ ਕਿ ਮਨਾ ਕਰਤਾ ਸੀਗਾ। ਪਰ ਅੱਜ ਚੰਨੀ ਉਹਨਾਂ ਦੀ ਔਰ ਰੰਧਾਵਾ ਉਹਨਾਂ ਦੀ 5 ਘੰਟੇ ਤਕਰੀਬਨ ਮੀਟਿੰਗ ਚੱਲੀ। ਕਿਹਾ ਜਾਂਦਾ ਹੈ ਕਿ ਟਰਾਂਸਫਰ ਦੇ ਮੁੱਦੇ ਤੇ ਇਹ ਜਿਹੜੇ ਕਿ ਅਫਸਰਾਂ ਦੀ ਜਿਹੜੀ ਟਰਾਂਸਫਰ ਕਰ ਰਹੀ ਸੀ ਉਹਦੇ ਮੁੱਦੇ ਤੇ ਇਹ ਮੀਟਿੰਗ ਸੀਗੀ। ਪਰ ਮੈਨੂੰ ਲੱਗਦਾ ਨਹੀਂ ਕਿ ਟਰਾਂਸਫਰ ਦੇ ਮੁੱਦੇ ਤੇ 5 ਘੰਟੇ ਮੀਟਿੰਗ ਹੋਣਾ। ਮੀਟਿੰਗ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ, ਪੰਜਾਬ ਦੀ ਕਾਂਗਰਸ ਨੂੰ, ਪੰਜਾਬ ਦੀ ਸਰਕਾਰ ਨੂੰ ਕਿੱਦਾਂ ਇੱਕ ਲਾਈਨ ਤੇ ਲੈ ਕੇ ਆਈਏ, ਲੀਕ ਤੇ ਲੈ ਕੇ ਆਈਏ, ਤਾਂ ਕਿ ਸਾਡੇ ਕੀਤੇ ਹੋਏ ਕੰਮ ਨਜ਼ਰ ਆਉਣ ਔਰ ਲੋਕਾਂ ਦੇ ਵਿੱਚ ਜਿਸ ਤਰੀਕੇ ਨਾਲ ਉਹ ਕੰਮ ਜਾਣੇ ਚਾਹੀਦੇ ਨੇ ਉਸ ਤਰੀਕੇ ਨਾਲ ਜਾਣੇ ਚਾਹੀਦੇ ਆ। ਕਿਉਂਕਿ ਅੱਜ ਤੱਕ ਅਖਬਾਰਾਂ ਦੇ ਵਿੱਚ
ਇਸ ਗੱਲ ਦੀ ਵੱਡੀ ਸੁਰਖੀ ਬਣਦੀ ਹੈ ਸਿੱਧੂ ਬਨਾਮ ਚੰਨੀ, ਜਿਹੜੀ ਪਹਿਲੇ ਸਿੱਧੂ ਬਨਾਮ ਕੈਪਟਨ ਹੁੰਦਾ ਸੀਗਾ, ਅੱਜ ਸਿੱਧੂ ਬਨਾਮ ਚੰਨੀ ਹੈਗਾ। ਇਸ ਮੁੱਦੇ ਤੇ ਰੰਧਾਵਾ ਹੋਣਾ ਭਾਰਤ ਭੂਸ਼ਣ ਆਸ਼ੂ ਆਪਣੇ ਕੈਬਨਿਟ ਕੁਲੀਗ ਦੇ ਨਾਲ ਦਿੱਲੀ ਜਾਂਦੇ ਨੇ। ਸ਼ਾਮੀ 5 ਵਜੇ ਕੇਸੀ ਵੇਣੂਗੋਪਾਲ ਦੇ ਨਾਲ ਉਹਨਾਂ ਦੀ ਮੀਟਿੰਗ ਹੈ। ਕਿਹਾ ਜਾਂਦਾ ਹੈ ਕਿ ਸ਼ਾਇਦ ਉਸ ਤੋਂ ਬਾਅਦ ਰਾਹੁਲ ਗਾਂਧੀ ਦੀ ਉਹਨਾਂ ਨਾਲ ਵੀ ਉਹਨਾਂ ਦੀ ਕੋਈ ਮੀਟਿੰਗ ਹੋ ਸਕਦੀ ਹੈ। ਉਸ ਮੀਟਿੰਗ ਦੇ ਮੁੱਦੇ ਨੂੰ ਤੇ ਹਜੇ ਬਹੁਤ ਜ਼ਿਆਦਾ ਉਜਾਗਰ ਨਹੀਂ ਕੀਤਾ ਗਿਆ, ਪਰ ਕੁਝ ਸੂਤਰ ਇਹ ਦੱਸਦੇ ਨੇ ਕਿ ਸਿੱਧੂ ਉਹਨਾਂ ਦੀ ਪ੍ਰਧਾਨਗੀ ਔਰ ਉਸ ਪ੍ਰਧਾਨਗੀ ਦੇ ਕਰਕੇ ਸਰਕਾਰ ਦੇ ਕੰਮਕਾਜ ਦੇ ਉੱਤੇ ਕਿੰਨਾ ਕੁ ਅਸਰ ਪੈ ਰਿਹਾ ਹੈ, ਇਹ ਵੀ ਮੁੱਦਾ ਉਸ ਮੀਟਿੰਗ ਦੇ ਵਿੱਚ ਡਿਸਕਸ ਹੋਣਾ ਹੈ। ਜੇ ਇਸ ਮੁੱਦੇ ਦੇ ਉੱਤੇ ਇੱਕ ਏਜੰਡਾ ਬਣਾ ਕੇ ਕੋਈ ਗੱਲਬਾਤ ਚੱਲਦੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਕੋਈ ਕ੍ਰੈਡਿਟ ਨਾ ਮਿਲ ਪਾਣਾ। ਦੇਖੋ, ਜਦ ਤੋਂ ਚੰਨੀ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ 2-3 ਕੰਮ ਤੇ ਬਹੁਤ ਵਧੀਆ ਕੀਤੇ ਨੇ, ਭਾਵੇਂ ਉਹ 2 ਕਿਲੋਵਾਟ ਦੇ ਬਿਜਲੀ ਦੇ ਕਨੈਕਸ਼ਨਾਂ ਦਾ ਬਿੱਲ ਮਾਫ ਕਰਨਾ ਹੋਏ, ਪਰ ਜਿਸ ਤਰੀਕੇ ਨਾਲ ਇਸ ਕੰਮ ਦਾ ਨੈਰੇਟਿਵ ਸੈੱਟ ਹੋਣਾ ਚਾਹੀਦਾ ਸੀ, ਜਿਹੜੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਇਸ ਡਿਸੀਜਨ ਦੇ ਰਾਹੀਂ ਕੀਤੀ ਗਈ, ਉਹਨਾਂ ਲੋਕਾਂ ਤੱਕ ਉਹ ਡਿਸੀਜਨ ਸਹੀ ਤਰੀਕੇ ਨਾਲ ਪਹੁੰਚਿਆ ਨਹੀਂ। ਯਾਨੀ ਸਿੱਧੂ ਉਹਨਾਂ ਦੀ ਔਰ ਚੰਨੀ ਉਹਨਾਂ ਦੀ ਟਸਲ ਉਹ ਅਖਬਾਰਾਂ ਦੀ ਸੁਰਖੀਆਂ ਜ਼ਿਆਦਾ ਬਣਦੀ ਹੈ ਔਰ ਸਰਕਾਰ ਦੇ ਕੀਤੇ ਹੋਏ ਕੰਮ ਪਤਾ ਨਹੀਂ ਕਿਸੇ ਨਾ ਕਿਸੇ ਜਗ੍ਹਾ ਛੁਪ ਜਾਂਦੇ ਨੇ। ਇਸ ਗੱਲ ਨੂੰ ਵੀ ਮੁੱਦਾ ਬਣਾ ਕੇ ਅੱਜ ਦੀ ਡਿਸਕਸ਼ਨ ਦਾ ਇੱਕ ਪਾਰਟ ਬਣਾਇਆ ਜਾ ਰਿਹਾ ਹੈ, ਜਿਹਦੇ ਕਰਕੇ ਸਮੂਥ ਚੱਲੇ ਸਰਕਾਰ ਔਰ ਪ੍ਰਧਾਨਗੀ ਜਿੱਥੇ ਸਿੱਧੂ ਉਹਨਾਂ ਦੀ ਹੈਗੀ ਹੈ, ਜਾਂ ਤੇ ਪ੍ਰਧਾਨ ਚੇਂਜ ਹੋ ਜਾਏ ਜਾਂ ਫਿਰ ਪ੍ਰਧਾਨਗੀ ਇਸ ਤਰੀਕੇ ਨਾਲ ਚੱਲੇ ਕਿ ਆਉਣ ਵਾਲੀ ਚੋਣਾਂ ਤੋਂ ਪਹਿਲੇ ਕਾਂਗਰਸ ਮਜ਼ਬੂਤ ਨਜ਼ਰ ਆਏ। ਲੜਾਈ ਹੁਣ 3 ਪਾਸੇ ਦੀ ਹੋ ਗਈ ਹੈ। ਇੱਕ ਪਾਸੇ ਸਿੱਧੂ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੜਾਈ ਜਿੱਤ ਕੇ ਪ੍ਰਧਾਨਗੀ ਤੇ ਹਾਸਿਲ ਕਰ ਲੈਂਦੇ ਨੇ, ਪਰ ਉਸ ਤੋਂ ਬਾਅਦ ਚੰਨੀ ਉਹਨਾਂ ਦੇ ਨਾਲ ਉਹਨਾਂ ਹੀ ਮੁੱਦਿਆਂ ਦੇ ਉੱਤੇ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਸਿੱਧੂ ਉਹਨਾਂ ਦੇ ਡਿਫਰੈਂਸਿਸ ਸੀਗੇ, ਉਹ ਸੇਮ ਮੁੱਦੇ ਅੱਜ ਡਿਫਰੈਂਸ ਦਾ ਕਾਰਨ ਬਣੇ ਹੋਏ ਨੇ ਚੰਨੀ ਉਹਨਾਂ ਦੇ ਨਾਲ। ਏਜੰਡਿਆਂ ਦੇ ਵਿੱਚ ਸਿੱਧੂ ਉਹਨਾਂ ਦੇ ਕੋਈ ਘਾਟ ਨਹੀਂ ਹੈਗੀ। 13 ਪੁਆਇੰਟ ਪ੍ਰੋਗਰਾਮ ਬਿਲਕੁਲ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਜਿਨ੍ਹਾਂ ਦੇ ਉੱਤੇ ਅਗਰ ਕੰਮ ਕੀਤਾ ਜਾਏ, ਉਹ ਕੰਮ ਜ਼ਰੂਰ ਲੋਕਾਂ ਦੀ ਨਜ਼ਰਾਂ ਦੇ ਵਿੱਚ ਵੀ ਸਰਕਾਰ ਦਾ ਅਕਸ ਉੱਚਾ ਹੋਏਗਾ ਔਰ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ, ਇਹ ਵੀ ਗੱਲ ਲੋਕਾਂ ਦੇ ਵਿੱਚ ਜਾਏਗੀ। ਪਰ ਜਿਸ ਤਰ੍ਹਾਂ ਤੁਸੀਂ ਵੀ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕਹੀ ਸੀ, ਇਹਨਾਂ 13 ਮੁੱਦਿਆਂ ਦੇ ਵਿੱਚੋਂ 12 ਦੇ ਕਰੀਬ ਮੁੱਦੇ ਇੱਦਾਂ ਦੇ ਹੈਗੇ ਹੈ ਜਿਹੜੀ ਅਗਲੀ ਸਰਕਾਰ ਦੇ ਆਉਣ ਤੋਂ ਪਹਿਲੇ ਚਾਹੇ ਜੋ ਕੁਝ ਕਰ ਲਓ, ਪਾਲਿਸੀ ਫਰੇਮ ਕਰਨ ਦੇ ਵਿੱਚ ਵੀ ਇੰਨਾ ਕੁ ਟਾਈਮ ਲੱਗ ਜਾਂਦਾ ਹੈ ਜਿੰਨਾ ਕੁ ਟਾਈਮ ਸਰਕਾਰ ਦੇ ਕੋਲ ਹੈ ਨਹੀਂ, ਤੇ ਇੰਪਲੀਮੈਂਟ ਤੇ ਅਗਲੇ ਸਾਲ ਜਾਂ ਅਗਲੀ ਸਰਕਾਰ ਦੇ ਟਾਈਮ ਹੀ ਹੋਣੇ। ਹਾਂ, 1-2 ਮੁੱਦਿਆਂ ਦੇ ਉੱਤੇ ਗੱਲਬਾਤ ਹੋ ਸਕਦੀ ਹੈ, ਭਾਵੇਂ ਉਹ ਬੇਅਦਬੀ ਦੇ ਮੁੱਦੇ ਹੋਣ ਔਰ ਭਾਵੇਂ ਉਹ ਹੋਣ ਡਰੱਗ ਦੇ ਮੁੱਦੇ। ਪਰ ਭਾਸਕਰ ਸਾਹਿਬ ਕੁਝ ਚੀਜ਼ਾਂ ਜਿਹੜੀਆਂ ਜਿਵੇਂ ਤੁਸੀਂ ਚਰਨਜੀਤ ਸਿੰਘ ਚੰਨੀ ਦੇ ਕੰਮ ਨੂੰ ਬਣਾਇਆ ਹੈ, ਕੁਝ ਇੱਕ ਪਹਿਲੂ ਬੜੇ ਅਸਰਅੰਦਾਜ਼ ਹੋਏ। ਮੈਂ 2 ਦਿਨ ਪਹਿਲਾਂ ਦੀ ਗੱਲ ਆ, ਮੈਂ ਕੋਈ ਕੰਮ ਕਰਵਾ ਰਿਹਾ ਸੀਗਾ ਔਰ ਇੱਕ ਪੱਥਰ ਲਗਾਉਣ ਵਾਲਾ ਜਿਹੜਾ ਮੇਰੇ ਕੋਲ ਕੰਮ ਕਰ ਰਿਹਾ ਸੀ, ਉਹਨੇ ਮੈਨੂੰ ਆਣ ਕੇ ਕਿਹਾ ਵੀ ਇਹ ਸਰਕਾਰ ਤੋਂ ਅੱਛਾ ਕੰਮ ਕਰ ਰਹੀ ਹੈ ਸਰ। ਮੈਂ ਕਿਹਾ ਕੀ ਹੋਇਆ? ਕਹਿੰਦੇ ਜੀ ਉਹ ਹੱਥ 'ਚ ਬਿੱਲ ਸੀਗਾ ਬਿਜਲੀ ਦਾ, 2 ਕਿਲੋਵਾਟ ਦੇ ਪੁਰਾਣੇ ਜਿੰਨੇ ਵੀ ਪੈਂਡਿੰਗ ਬਿੱਲ ਸੀ ਉਹਨਾਂ ਤੇ ਲੀਕ ਮਾਰਨ ਦਾ ਮਾਮਲਾ ਸੀ। ਕਹਿੰਦਾ ਜੀ ਮੈਂ ਹੁਣੇ ਸੁਨੀਲ ਦੱਤੀ ਜਿਹੜੇ MLA ਉਹਨਾਂ ਨੂੰ ਮਿਲ ਕੇ ਆਇਆ, ਮੇਰਾ 98,000 ਦਾ ਬਿੱਲ ਮਾਫ ਹੋ ਗਿਆ ਜੀ। ਆਹ ਦੇਖੋ ਜੀ, ਮੈਨੂੰ ਉਹਨਾਂ ਨੇ ਕਹਿ ਦਿੱਤਾ ਦੇਣ ਦੀ ਲੋੜ ਨਹੀਂ, ਮੈਂ ਬਿਜਲੀ ਮਹਿਕਮੇ ਦੇ ਦਫ਼ਤਰ 'ਚ ਗਿਆ ਸੀ। ਸੋ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਲੋਕ ਪ੍ਰੋਪਰ ਬਿਜਲੀ ਦਾ ਬਿੱਲ ਨਹੀਂ ਸੀ ਦੇ ਰਹੇ, ਉਹਨਾਂ ਦੇ ਵਿੱਚ ਹੁਣ ਇਹ ਮੈਨੂੰ ਨਹੀਂ ਪਤਾ ਪ੍ਰਤੀਸ਼ਤਤਾ ਕਿੰਨੀ ਆ, ਮੈਨੂੰ ਇਹ ਵੀ ਨਹੀਂ ਪਤਾ ਅੰਕੜਾ ਕਿੰਨਾ ਹੈ, ਕਿੰਨੇ ਲੋਕਾਂ ਨੂੰ ਇਹਦਾ ਲਾਭ ਮਿਲਿਆ। ਪਰ ਇਹਦੇ ਨਾਲ ਇੱਕ ਗੱਲ ਨੈਗੇਟਿਵ ਆਈ ਹੈ, ਲੋਕ ਸੋਚਦੇ ਆ ਕਿ ਜਿਹੜੇ ਲੋਕ ਨੇਮ ਨਾਲ ਬਿੱਲ ਭਰਦੇ ਆ ਸਮੇਂ ਸਿਰ, ਕਿ ਕੋਈ ਜਿਹੜਾ ਜੁਰਮਾਨਾ ਨਾ ਪੈ ਜੇ, ਇਨ ਟਾਈਮ ਹਰ ਤਰ੍ਹਾਂ ਦੀ ਅਦਾਇਗੀ ਕਰਦੇ ਆ, ਫਿਰ ਉਹਨਾਂ ਨੂੰ ਸਜ਼ਾ ਥੋੜੀ ਹੈ ਕੋਈ। ਇਹ ਇੱਕ ਤਰ੍ਹਾਂ ਦੇ ਚੋਣ ਸਟੰਟ ਤਾਂ ਇਹਨੂੰ ਲਿਆ ਜਾ ਸਕਦਾ, ਇੱਕ ਇਹ ਪਹਿਲੂ ਆ। ਲੇਕਿਨ ਕੁਝ ਲੋਕਾਂ 'ਚ ਇਹ ਖੁਸ਼ੀ ਹੈ ਕਿ ਜਿਨ੍ਹਾਂ ਦੇ ਬਿੱਲ ਨਹੀਂ ਸੀ ਦਿੱਤੇ ਗਏ। ਖੈਰ, ਮੈਂ ਥੋੜਾ ਜਿਹਾ ਅੱਗੇ ਆਵਾਂ। ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਵਿੱਚ ਬੈਠਿਆ ਔਰ ਉਹ ਆਪਣੇ ਪੱਧਰ ਕੁਛ ਨਾ ਕੁਛ ਕਰਨ ਦੇ ਯਤਨ 'ਚ ਹੈ, ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ ਦਾ ਦਿੱਲੀ ਦੇ ਵਿੱਚ ਹੋਣਾ ਔਰ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਾਈ ਕਮਾਂਡ ਨੂੰ ਮਿਲਣਾ। ਆਉਂਦੇ ਦਿਨੀ ਕਾਂਗਰਸ ਦੇ ਵਿੱਚ ਜਿਹੜੀ ਸੰਗਠਨ ਦੀ ਗੱਲ ਆ, ਪ੍ਰਗਟ ਸਿੰਘ ਨੇ ਕਿਹਾ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲਾ ਦੇਣੇ। ਸੋ ਸੰਗਠਨ ਬਣਾਉਣ ਦਾ ਵੀ ਜਿਹੜੀ ਇੱਕ ਪ੍ਰਕਿਰਿਆ ਚੱਲ ਰਹੀ ਆ। ਕੇਸੀ ਵੇਣੂਗੋਪਾਲ ਕਿਉਂਕਿ ਜਥੇਬੰਦਕ ਜਨਰਲ ਸੈਕਟਰੀ ਨੇ, ਉਹਨਾਂ ਕੋਲ ਹੀ ਸਾਰੀ ਅਪਰੂਵਲ ਹੁੰਦੀ ਹੈ। ਸੋ ਇਹ ਵੀ ਕਈ ਚੀਜ਼ਾਂ ਹੋਣਗੀਆਂ ਕਿ ਕਿਵੇਂ ਇਹਨੂੰ ਅੱਗੇ ਵਧਾਇਆ ਜਾਣਾ। ਜਿਵੇਂ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਅਸੀਂ ਕਮੇਟੀਆਂ ਬਣਾ ਰਹੇ ਹਾਂ ਹਰ ਵਿਧਾਨ ਸਭਾ ਹਲਕੇ ਦੇ ਵਿੱਚ, ਔਰ ਅਸੀਂ ਅਗਲੇ 90 ਦਿਨ ਦਾ ਰੋਡ ਮੈਪ ਤੈਅ ਕਰ ਰਹੇ ਹਾਂ।
ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਨੇ ਕਿ ਲੜਾਈ ਹੁਣ ਸਰਕਾਰ ਦੇ ਪੱਧਰ ਤੇ ਲੜੀ ਜਾਊਗੀ। ਸ਼ਾਇਦ ਨਵਜੋਤ ਸਿੰਘ ਸਿੱਧੂ, ਕਿਉਂਕਿ ਸਾਧਨਾ ਦੀ ਵੀ ਅਣਹੋਂਦ ਰਹਿੰਦੀ ਹੈ, ਉਸ ਤਰੀਕੇ ਨਾਲ ਲੀਡ ਨਹੀਂ ਕਰ ਸਕਣਗੇ ਬਤੌਰ ਪ੍ਰਧਾਨ। ਸਰਕਾਰ ਕੋਲ ਸਾਰਾ ਅਮਲਾ ਫੈਲਾ ਹੁੰਦਾ ਹੈ, ਤੰਤਰ ਹੁੰਦਾ ਹੈ, ਈਵੈਂਟਸ ਹੁੰਦੇ ਆ, ਜ਼ਿਲ੍ਹਾ ਪੱਧਰ ਦੇ ਉੱਤੇ ਸਾਰਾ ਤਾਮਝਾਮ ਹੁੰਦਾ ਹੈ। ਸੋ ਆਸਾਨ ਹੁੰਦੀ ਆਪਣੀ ਗੱਲ ਕਹਿਣੀ, ਭਾਵੇਂ ਰੋਜ਼ ਇੱਕ ਇੱਕ ਪੇਜ ਦਾ ਇਸ਼ਤਿਹਾਰ ਦੇਈ ਚਲੋ। ਮੈਂ ਇੱਥੇ ਇੱਕ ਹੋਰ ਨੁਕਤਾ ਜਿਹੜਾ ਉਠਾਉਣਾ ਚਾਹੁੰਦਾ, ਜੋਗਿੰਦਰ ਯਾਦਵ ਵਾਲੀ ਗੱਲ ਅਸੀਂ ਚਲੋ ਲਾਸਟ ਵਿੱਚ ਲੈ ਜੰਨੇ। ਹਾਲਾਂਕਿ ਅਤੈਮ ਜੋਗਿੰਦਰ ਯਾਦਵ ਨੂੰ ਕੇਂਦਰ ਸਦਾ ਹੀ ਜਿਹੜਾ ਕਿਸਾਨ ਨਹੀਂ ਮੰਨਦਾ ਆ, ਉਹ ਕਹਿੰਦੇ ਜੀ ਇਹ ਕਾਹਦੇ ਕਿਸਾਨ ਆ, ਇਹ ਤਾਂ ਕੁਝ ਹੋਰ ਰਾਜਨੀਤੀ ਚੋਂ ਆਉਂਦੇ ਨੇ। ਇੱਥੇ ਸਵਾਲ ਇਹ ਆ ਕਿ ਇਸ ਵੇਲੇ ਦੋ ਮਾਝੇ ਦੇ ਵੱਡੇ, ਇੱਕ ਤਾਂ ਸੁਖਜਿੰਦਰ ਸਿੰਘ ਰੰਧਾਵਾ ਔਰ ਦੂਜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅੱਜ ਅਕਾਲੀ ਦਲ ਨੇ ਆਪਣੇ ਪੱਤੇ ਕਲੀਅਰ ਕਰਤੇ, ਪੱਤੇ ਖੋਲ ਦਿੱਤੇ ਆ। ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਡਿਪਟੀ ਸੀਐਮ ਨੇ, ਉਹਨਾਂ ਦੇ ਖਿਲਾਫ ਕੋਈ ਉਮੀਦਵਾਰ ਨਹੀਂ ਸੀ। ਉੱਥੋਂ ਉਹਨਾਂ ਦੇ ਭਰਾ, ਸਕੇ ਭਰਾ ਇੰਦਰਜੀਤ ਸਿੰਘ ਵੀ ਸੀਗੇ ਜਿਹੜੇ ਅਕਾਲੀ ਦਲ 'ਚ ਸ਼ਾਮਲ ਸੀ, ਕੋਰ ਕਮੇਟੀ ਦੇ ਸ਼ਾਇਦ ਮੈਂਬਰ ਨੇ, ਉਹ ਵੀ ਦਾਅਵੇਦਾਰ ਸੀ। ਸੁੱਚਾ ਸਿੰਘ ਲੰਗਾ ਉਹਨਾਂ ਦਾ ਪੁੱਤਰ, ਸੁਖਜਿੰਦਰ ਸਿੰਘ ਸੋਨੂ ਲੰਗਾ, ਉਹ ਵੀ ਲਾਈਨ ਵਿੱਚ ਸੀ। ਇਸ ਤੋਂ ਇਲਾਵਾ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨਾਂ ਦਾ ਇੱਕ ਵਿਅਕਤੀ ਹੈ ਜਿਹੜਾ ਲੇਬਰ ਫੈਡ ਦਾ ਚੇਅਰਮੈਨ ਰਿਹਾ, ਉਹ ਵੀ ਲਾਈਨ ਦੇ ਵਿੱਚ ਸੀ, ਤੇ ਇੱਕ ਦੋ ਕੈਂਡੀਡੇਟ ਇਧਰੋਂ ਉਧਰੋਂ ਵੀ ਸੀ। ਉਹਨਾਂ ਸਾਰਿਆਂ ਨੂੰ ਪਾਸੇ ਕਰਦਿਆਂ ਹੈਵੀਵੇਟ ਉਮੀਦਵਾਰ ਜਿਹੜੇ ਸੁਖਜਿੰਦਰ ਰੰਧਾਵਾ, ਉਹਨਾਂ ਦੇ ਖਿਲਾਫ ਕਾਲੋਂ ਪਰਿਵਾਰ ਨੂੰ ਉਤਾਰਿਆ। ਇਹ ਬੜੀ ਦਿਲਚਸਪ ਗੱਲ ਆ। ਸੁਖਜਿੰਦਰ ਸਿੰਘ ਰੰਧਾਵਾ ਨੂੰ ਹਲਕੇ 'ਚ ਘੇਰਨ ਦਾ ਯਤਨ ਹੋਇਆ। ਇਹ ਬੜੀ ਨੀਝ ਨਾਲ ਦੇਖਣ ਵਾਲੀ ਗੱਲ ਆ ਕਿ ਆਉਂਦੇ ਦਿਨੀ ਡੇਰਾ ਬਾਬਾ ਨਾਨਕ ਹਲਕਾ, ਸੁਖਜਿੰਦਰ ਸਿੰਘ ਰੰਧਾਵਾ ਦਾ ਹਲਕਾ, ਉਹਦੇ ਵਿੱਚ ਸਰਗਰਮੀ ਵਧਣ ਵਾਲੀ ਹੈ। ਸੋ ਇਹ ਜਿਹੜਾ ਅਕਾਲੀ ਦਲ ਦਾ ਪੂਰੇ ਸੀਨ ਦੇ ਵਿੱਚ ਤੁਰੰਤ ਆਉਣਾ, ਹਾਲਾਂਕਿ ਇਹ ਲੜਾਈ ਝਗੜੇ ਵਾਲੀਆਂ ਸੀਟਾਂ ਸੀ, ਫਤਿਹਗੜ੍ਹ ਚੂੜੀਆਂ ਵੀ ਔਰ ਡੇਰਾ ਬਾਬਾ ਨਾਨਕ, ਇੱਥੇ ਤੁਹਾਡੀ ਟਿੱਪਣੀ ਬੜੀ ਜ਼ਰੂਰੀ ਹੈ। ਦੇਖੋ, ਜਿਹੜੇ ਕੈਂਡੀਡੇਟ ਅਕਾਲੀ ਦਲ ਨੇ ਉਤਾਰੇ ਨੇ, ਔਰ ਜਿੱਥੇ ਤੱਕ ਸੁਖਜਿੰਦਰ ਰੰਧਾਵਾ ਉਹਨਾਂ ਦਾ ਔਰ ਅਕਾਲੀ ਦਲ ਦੇ ਰਿਸ਼ਤੇ ਦੀ ਗੱਲ ਕਰੀਏ, ਔਰ ਉਸ ਰਿਸ਼ਤਿਆਂ ਦੇ ਵਿੱਚ ਖਟਾਸ ਦੀ ਗੱਲ ਕਰੀਏ, ਤੇ ਇੱਕ ਟਾਈਮ ਅਖਬਾਰਾਂ ਦੀਆਂ ਸੁਰਖੀਆਂ ਬਣੀ ਸੀ ਕਿ ਮਾਝੇ ਦੇ ਜਰਨੈਲ ਜਿਹੜੇ ਅਕਾਲੀ ਦਲ ਦੇ ਹੈਗੇ ਨੇ, ਵਿਕਰਮ ਸਿੰਘ ਮਜੀਠੀਆ, ਪਹਿਲੇ ਬ੍ਰਹਮਪੁਰਾ ਉਹਨਾਂ ਨੂੰ ਇਹ ਤਕਮਾ ਮਿਲਿਆ ਹੋਇਆ ਸੀਗਾ, ਫਿਰ ਹੁਣ ਮਜੀਠੀਆ ਉਹਨਾਂ ਮਾਝੇ ਦੇ ਜਰਨੈਲ ਅਕਾਲੀ ਦਲ ਦੇ ਮੰਨੇ ਜਾਂਦੇ ਨੇ। ਦੂਜੇ ਪਾਸੇ ਜਿਹੜੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਹੈ, ਉਹ ਵੀ ਕਾਂਗਰਸ ਦੇ ਆਪਣੇ ਆਪ ਵਿੱਚ ਜਰਨੈਲ ਨੇ, ਔਰ ਹੁਣ ਹੋਮ ਮਿਨਿਸਟਰੀ ਮਿਲਣ ਤੋਂ ਬਾਅਦ ਇੱਕ ਵੱਡੇ ਜਰਨੈਲ ਵਜੋਂ ਉਭਰੇ ਨੇ। ਹੁਣ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਹੋਮ ਮਿਨਿਸਟਰ ਬਣਨ ਤੋਂ ਬਾਅਦ ਉਮੀਦ ਤੇ ਐ ਸੀਗੀ ਕਿ ਉਹ ਬਾਦਲਾਂ ਦੇ ਖਿਲਾਫ ਪੈਂਦੇ ਸੱਟੇ ਹੀ ਕੋਈ ਨਾ ਕੋਈ ਐਕਸ਼ਨ ਲੈਣਗੇ, ਭਾਵੇਂ ਉਹ ਬੇਅਦਬੀਆਂ ਦਾ ਮੁੱਦਾ ਹੋਏ ਜਾਂ ਫਿਰ ਡਰੱਗ ਦਾ ਮੁੱਦਾ। ਪਰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਚੁੱਪੀ ਸਾਂਧ ਲੈਣਾ, ਔਰ ਅੱਜ ਕੈਂਡੀਡੇਟ ਅਕਾਲੀਆਂ ਨੇ ਉਹਨਾਂ ਦੇ ਖਿਲਾਫ ਉਤਾਰ ਦੇਣਾ, ਇਹਦੇ ਵਿੱਚ ਕੋਈ ਸੈਟਿੰਗ ਵਾਲੀ ਗੱਲ ਹੈਗੀ ਹੈ ਉਹ ਲੱਗਦੀ ਤੇ ਨਹੀਂ। ਪਰ ਲੜਾਈ ਬੜੀ ਟਫ ਹੋਣ ਵਾਲੀ ਹੈ। ਉਸ ਲੜਾਈ ਨੂੰ ਸਿਰੇ ਤੱਕ ਲੈ ਕੇ ਜਾਣ ਵਾਸਤੇ ਦੋਨੋਂ ਫੌਜਾਂ ਤਿਆਰ ਨੇ। ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਜਦ ਉਹਨਾਂ ਦੇ ਖਿਲਾਫ ਅਕਾਲੀ ਦਲ ਕੈਂਡੀਡੇਟ ਉਤਾਰਦਾ ਹੈ, ਉਹ ਫਟਾਫਟ ਦਿੱਲੀ ਚਲੇ ਜਾਂਦੇ ਨੇ। ਉਹ ਦਿੱਲੀ ਦਾ ਪ੍ਰੋਗਰਾਮ ਖੈਰ ਕੱਲ੍ਹ ਹੀ ਉਡੀਕਿਆ ਗਿਆ ਸੀ ਉਹਨਾਂ ਦਾ। ਪਰ ਲੜਾਈ ਤੁਹਾਡੇ ਏਰੀਏ ਦੇ ਵਿੱਚ ਰੰਧਾਵਾ ਜੀ ਬੜੀ ਦਿਲਚਸਪ ਹੋਣ ਵਾਲੀ ਹੈ। ਕਈ ਲੀਡਰਾਂ ਦਾ ਕੈਰੀਅਰ ਹਾਸ਼ੀਆ ਤੇ ਵੀ ਗਿਆ। ਹੁਣ ਤੁਸੀਂ ਸੁੱਚਾ ਸਿੰਘ ਲੰਗਾ ਦੀ ਗੱਲ ਕੀਤੀ, ਜਾਂ ਹੋਰ ਵੀ ਜਿਹੜੇ ਕੈਂਡੀਡੇਟ ਸੀਗੇ ਜਿਹੜੇ ਉਸ ਸੀਟ ਤੇ ਅੱਖ ਰੱਖਦੇ ਸੀ, ਉਹਨਾਂ ਨੂੰ ਦਰਕਿਨਾਰੇ ਕਰ ਦਿੱਤਾ ਗਿਆ। ਲਕੀਰਾਂ ਖਿੱਚ ਦਿੱਤੀਆਂ ਗਈਆਂ। ਲੜਾਈ ਕਿਹਦੇ ਵਿੱਚ ਹੋਏਗੀ, ਇਸ ਗੱਲ ਨੂੰ ਤੈਅ ਕਰ ਲਿੱਤਾ ਗਿਆ। ਮੈਨੂੰ ਇਹ ਲੱਗਦਾ ਕਿ ਇਹ ਲੜਾਈ ਇੱਕ ਜਿਹੜੀ ਮਾਝੇ ਦੇ ਵਿੱਚ ਸਭ ਤੋਂ ਇੱਕ ਕੜਵੀ ਕਹਿ ਲਓ, ਟਸਲ ਕਹਿ ਲਓ, ਭਾਰੀ ਕਹਿ ਲਓ, ਹੈਵੀ ਵੇਟ ਕਹਿ ਲਓ, ਉਸ ਲੜਾਈ ਦਾ ਰੂਪ ਆਉਣ ਵਾਲੀ ਚੋਣਾਂ ਦੇ ਵਿੱਚ ਇਹਦੇ ਚ ਭਾਸਕਰ ਸਾਹਿਬ, ਇਹ ਵੀ ਮੈਨੂੰ ਲੱਗਦਾ ਧਿਆਨ ਰੱਖਿਆ ਗਿਆ ਕਿ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਹਲਕੇ ਵੱਲੋਂ ਨਿਸ਼ਚਿੰਤ ਹੋ ਕੇ ਬਾਹਰ ਘੁੰਮ ਰਹੇ ਸੀ, ਔਰ ਉਹ ਪੰਜਾਬ ਦੀ ਪੋਲਿਟਿਕਸ ਕਰ ਰਹੇ ਸੀ। ਉਹ ਪੋਲਿਟਿਕਸ ਜਿਹਦੇ ਵਿੱਚ ਉਹਨਾਂ ਨੂੰ ਆਪਣੇ ਹਲਕੇ ਦਾ ਕੋਈ ਖਤਰਾ ਨਹੀਂ ਸੀ ਲੱਗਦਾ, ਕਿਉਂਕਿ ਸਾਹਮਣੇ ਕੈਂਡੀਡੇਟ ਹੀ ਕੋਈ ਨਹੀਂ ਸੀ, ਔਰ ਜਿਹੜੇ ਕੈਂਡੀਡੇਟ ਹਲਕੇ ਦੇ ਵਿੱਚ ਸੀਗੇ ਉਹ ਸਾਰੇ ਹੀ ਆਪਸ ਵਿੱਚ ਉਲਝੇ ਹੋਏ ਸੀ। ਹੁਣ ਦੂਜੇ ਹਲਕੇ ਚੋਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਰਵੀਕਰਨ ਸਿੰਘ ਕਾਲੋਂ ਦੇਰ ਤੋਂ ਕੰਮ ਕਰ ਰਹੇ ਆ, ਤੇ ਉਹ ਉੱਥੇ ਫਸੇ ਹੋਏ ਵੀ ਸੀ ਕਿ ਮੈਂ ਇਹ ਛੱਡ ਕੇ ਨਹੀਂ ਜਾਣਾ। ਲੇਕਿਨ ਡੇਰਾ ਬਾਬਾ ਨਾਨਕ ਹਲਕਾ ਕਾਲੋਂ ਪਰਿਵਾਰ ਦਾ ਪੁਰਾਣਾ ਹਲਕਾ ਹੈ। ਸੋ ਸੁਖਜਿੰਦਰ ਸਿੰਘ ਰੰਧਾਵਾ ਨੂੰ ਹਲਕੇ ਤੇ ਕੇਂਦਰਿਤ ਕਰਨ ਲਈ ਜਾਂ ਹਲਕੇ ਤੱਕ ਜ਼ਿਆਦਾ ਸਮਾਂ ਦੇਣ ਲਈ, ਪੰਜਾਬ ਦੇ ਵਿੱਚੋਂ ਉਹਨਾਂ ਨੂੰ ਉੱਥੇ ਸੀਮਤ ਕਰਨ ਲਈ ਅਕਾਲੀ ਦਲ ਨੇ ਤੁਰੰਤ ਫੈਸਲਾ ਲਿਆ, ਜਿਹਦੀ ਉਮੀਦ ਅਜੇ 1 ਮਹੀਨੇ 2 ਮਹੀਨੇ ਤੱਕ ਸੀਗੀ। ਲੇਕਿਨ ਇੱਥੇ ਆ ਕੇ ਸੱਚਮੁੱਚ ਲੜਾਈ ਦਿਲਚਸਪ ਬਣੂਗੀ। ਮੈਂ ਇਸ ਤੋਂ ਵੀ ਹੁਣ ਅੱਗੇ ਜਾਊਂਗਾ ਕਿ ਜਿਹੜੀ ਗੱਲ ਜੋਗਿੰਦਰ ਯਾਦਵ ਵਾਲੀ ਹੈ, ਉਹਨੂੰ ਮੁਅੱਤਲ ਕੀਤਾ ਜਾਣਾ। ਜੋਗਿੰਦਰ ਯਾਦਵ ਇੱਕ ਤਰ੍ਹਾਂ ਨਾਲ ਦਿਮਾਗ ਸੀ ਅੰਦੋਲਨ ਦਾ, ਔਰ ਕਾਫੀ ਦੇਰ ਤੋਂ ਇਹ ਗੱਲ ਬਾਹਰ ਆ ਰਹੀ ਸੀ ਕਿ ਜਿਹੜੇ
ਬਾਕੀ ਭਾਰਤ ਵਿੱਚ ਅੰਦੋਲਨ ਨੂੰ ਵਧਾਉਣ ਲਈ ਜੋਗਿੰਦਰ ਯਾਦਵ ਦਾ ਦਿਮਾਗ ਕੰਮ ਕਰਦਾ ਰਿਹਾ। ਉਹ ਲਗਾਤਾਰ ਮੋਰਚਿਆਂ ਦੇ ਵਿੱਚ ਹਿੰਦੂ ਚਿਹਰਾ ਵੀ ਸੀਗੇ ਔਰ ਇਸ ਤਰ੍ਹਾਂ ਦਾ ਚਿਹਰਾ ਸੀ ਕਿ ਜਿਹੜੇ ਬਾਕੀ ਭਾਰਤ ਵਿੱਚ ਜਾ ਕੇ ਹਰ ਵਿਸ਼ੇ ਤੇ ਵਧੀਆ ਬੋਲ ਸਕਦੇ ਸੀ। ਜੋਗਿੰਦਰ ਯਾਦਵ ਨੂੰ ਬਾਹਰ ਕੀਤੇ ਜਾਣਾ ਕਿਤੇ ਕੇਂਦਰ ਨਾਲ ਚੱਲਦੀ ਕਿਸੇ ਗੱਲਬਾਤ ਦਾ ਅਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਹੋਣਾ ਤਾਂ ਨਹੀਂ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਗੱਲ ਅਸੀਂ ਕਹਿੰਦੇ ਰਹੇ ਸੀਗੇ ਕਿ ਇਹ ਗੱਲ 15-20 ਦਿਨ 'ਚ ਖਤਮ ਹੋਣ ਵਾਲੀ ਆ, ਹੁਣ ਉਹ 15-20 ਦਿਨ ਤਾਂ ਨਿਕਲ ਗਏ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ, ਕੈਪਟਨ ਅਮਰਿੰਦਰ ਸਿੰਘ ਦਾ ਦਿੱਲੀ ਦੇ ਵਿੱਚ ਲਗਾਤਾਰ ਡੇਰਾ ਡਾਇਆ ਹੋਣਾ, ਸੋ ਮੈਨੂੰ ਇੱਥੇ ਇੰਝ ਇੱਕ ਤਰ੍ਹਾਂ ਦੀ ਨਵੀਂ ਸਿਆਸਤ ਲੱਗਦੀ ਹੈ ਕਿ ਅਸਲ ਕਿਸਾਨ ਆਗੂਆਂ ਨਾਲ ਹੀ ਗੱਲਬਾਤ ਚਲਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ, ਜਿਹੜੇ ਕਿਉਂਕਿ ਤੁਹਾਨੂੰ ਯਾਦ ਹੈ ਵਿਗਿਆਨ ਭਵਨ 'ਚ ਜਿਹੜੀ ਲਾਸਟ ਗੱਲ ਹੋਈ ਸੀ ਉਹਦੇ ਵਿੱਚ 1.5 ਸਾਲ ਲਈ ਇਹ ਜਿਹੜੇ ਕਾਨੂੰਨ ਸੀਗੇ ਇਹਨਾਂ ਨੂੰ ਮੁਅੱਤਲ ਕਰਨ ਦਾ ਪ੍ਰਪੋਜ਼ਲ ਲੈ ਕੇ ਆਈ ਸੀ ਕੇਂਦਰ ਦੀ ਸਰਕਾਰ, ਲੇਕਿਨ ਅੰਦਰ ਕਿਸਾਨ ਆਗੂਆਂ ਨੇ ਹਾਮੀ ਭਰੀ ਸੀ ਕਿ ਅਸੀਂ ਸਲਾਹ ਕਰਕੇ ਦੱਸਦੇ ਹਾਂ, ਲੇਕਿਨ ਸਲਾਹ ਕਿਉਂਕਿ ਬਾਹਰ ਜੋਗਿੰਦਰ ਯਾਦਵ ਤੇ ਕੁਝ ਹੋਰ ਲੋਕ ਸੀਗੇ ਉਹਨਾਂ ਨਾਲ ਵੀ ਹੋਣੀ ਸੀ, ਕਿਸਾਨ ਆਗੂਆਂ ਨੇ ਇਹਦੇ ਤੋਂ ਸਾਫ਼ ਮਨਾ ਕਰਤਾ ਸੀ। ਸਰਕਾਰ ਉਦੋਂ ਦੀ ਖਿਜੀ ਹੋਈ ਵੀ ਸੀ, ਬਹੁਤ ਸਾਰੀ ਕੰਸੋਲ ਸੀ ਕਿ ਗਵਰਨਮੈਂਟ ਭਾਰਤ ਸਰਕਾਰ ਚਾਹੁੰਦੀ ਸੀਗੀ ਕਿ ਇਹ 1.5 ਤੋਂ ਅਸੀਂ ਵਧਾ ਕੇ 2-2.5 ਸਾਲ ਤੱਕ ਵੀ ਮੁਅੱਤਲ ਕਰ ਦਿੰਦੇ, ਕੋਈ ਕਮੇਟੀ ਬਣਾ ਦਿੰਦੇ ਜਿਹੜੀ ਫੈਸਲੇ ਕਰੂਗੀ ਕਿ ਲਾਗੂ ਕਰਨੇ ਆ ਕਿ ਨਹੀਂ ਕਰਨੇ, ਅਮੈਂਡਮੈਂਟਸ ਨੂੰ ਲੈ ਕੇ ਬਾਕੀ ਸਾਰੇ ਮਸਲੇ ਨਿਬੇੜੇ ਜਾਣਗੇ। ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਹਦੀ ਅਨਾਉਂਸਮੈਂਟ ਦੀ ਪੂਰੀ ਸੰਭਾਵਨਾ ਬਣੀ ਸੀ। ਸੋ ਜੋਗਿੰਦਰ ਯਾਦਵ ਦਾ ਪਾਸੇ ਕੀਤਾ ਜਾਣਾ ਕਿਸੇ ਖਾਸ ਨਜ਼ਰੀਏ ਤੋਂ ਲੱਗਦਾ ਤੁਹਾਨੂੰ? ਬਿਲਕੁਲ, ਅਗਰ ਤੁਸੀਂ ਜੋਗਿੰਦਰ ਯਾਦਵ ਨੂੰ ਕਿਉਂ ਹਟਾਇਆ ਗਿਆ ਜਾਂ ਕਿਉਂ ਸਸਪੈਂਡ ਕੀਤਾ ਗਿਆ, ਉਹਦੀ ਵਜ੍ਹਾ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਜਿੰਨੇ ਕੁ ਕਿਸਾਨ ਮਾਰੇ ਗਏ ਸੀ ਉਹਨੇ ਕੁ ਹੀ ਬੀਜੇਪੀ ਦੇ ਵਰਕਰ, ਇੱਕ ਪੱਤਰਕਾਰ ਵੀ ਮਾਰਿਆ ਗਿਆ ਸੀ। ਲਖੀਮਪੁਰ ਖੀਰੀ ਦੇ ਵਿੱਚ ਜਦ ਜੋਗਿੰਦਰ ਯਾਦਵ ਉਹਨਾਂ ਜਾਂਦੇ ਨੇ ਤੇ ਇੱਕ ਬੀਜੇਪੀ ਦਾ ਜਿਹੜਾ ਵਰਕਰ ਸੀਗਾ ਜੋ ਉਸ ਘਟਨਾ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ, ਸ਼ੁਭਮ ਮਿਸ਼ਰਾ, ਉਹ ਉਹਦੇ ਘਰ ਵੀ ਜਾਂਦੇ ਨੇ, ਅਫਸੋਸ ਕਰਨ ਜਾਂਦੇ ਨੇ, ਮੀਟਿੰਗ ਕਰਦੇ ਨੇ। ਇਹ ਗੱਲ ਕਿਸਾਨੀ ਆਗੂਆਂ ਨੂੰ ਜਦ ਪਤਾ ਲੱਗੀ ਕਿ ਵੀ ਤੁਸੀਂ ਉਹਦੇ ਘਰ ਕੀ ਕਰਨ ਗਏ ਸੀ, ਹਾਲਾਂਕਿ ਯੋਗਿੰਦਰ ਯਾਦਵ ਉਹਨਾਂ ਨੇ ਇਹ ਗੱਲ ਕਹੀ ਕਿ ਐਜ਼ ਏ ਇਨਸਾਨ, ਐਜ਼ ਏ ਹਿਊਮਨ ਬੀਇੰਗ ਮੇਰਾ ਫਰਜ਼ ਬਣਦਾ ਸੀਗਾ ਕਿ ਇਸ ਹਿੰਸਾ ਦੇ ਵਿੱਚ ਜੋ ਵੀ ਮਾਰੇ ਗਏ ਨੇ ਉਹ ਲੋਕ ਜਿੰਨੇ ਵੀ ਕਸੂਰਵਾਰ ਸੀਗੇ ਪਰ ਉਹ ਮਾਰੇ ਗਏ ਸੀ, ਉਹਨਾਂ ਦੇ ਵਾਸਤੇ ਵੀ ਸਾਨੂੰ ਅਫਸੋਸ ਕਰਨਾ ਬਣਦਾ ਹੈ। ਪਰ ਇਸ ਮੁੱਦੇ ਨੂੰ ਜਦ ਸੰਯੁਕਤ ਕਿਸਾਨ ਮੋਰਚਾ ਨੇ ਡਿਸਕਸ ਕੀਤਾ ਔਰ ਯੋਗਿੰਦਰ ਯਾਦਵ ਨੂੰ ਪੁੱਛਿਆ ਕਿ ਤੁਸੀਂ ਉਹਦੇ ਘਰ ਕੀ ਕਰਨ ਗਏ ਸੀ, ਕਿਹੜੀ ਮੀਟਿੰਗ ਸੀਗੀ, ਕਿਹੜੀ ਗੁਪਤ ਮੀਟਿੰਗ ਸੀਗੀ ਜਿਹਦੇ ਕਰਕੇ ਤੁਸੀਂ ਉੱਥੇ ਗਏ, ਉਹਦਾ ਸੈਟੀਸਫੈਕਟਰੀ ਰਿਪਲਾਈ ਯੋਗਿੰਦਰ ਯਾਦਵ ਉਹਨਾਂ ਨਹੀਂ ਦੇ ਸਕੇ ਤੇ ਉਹਨਾਂ ਨੂੰ 1 ਮਹੀਨੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ। ਜਿਹੜਾ ਵੀ ਕਿਸਾਨੀ ਅੰਦੋਲਨ ਨੂੰ ਰਾਜਨੀਤਿਕ ਰੂਪ ਦੇਣ ਦੀ ਗੱਲ ਕਰਦਾ ਹੈ, ਭਾਵੇਂ ਝੜੂਨੀ ਉਹਨਾਂ ਹੀ ਕਿਉਂ ਨਾ ਹੋਣ, ਕਿਉਂਕਿ ਝੜੂਨੀ ਉਹਨਾਂ ਨੇ ਜਦ ਇਹ ਗੱਲ ਕੀਤੀ ਸੀਗੀ ਕਿ ਪੰਜਾਬ ਮਿਸ਼ਨ ਦੇ ਰਾਹੀਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਉਹਨਾਂ ਨੇ ਮੋਟੀਵੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਔਰ ਇੱਕ ਆਵਾਜ਼ ਬਣ ਕੇ ਉਹਨਾਂ ਨੂੰ ਯੂਨਾਈਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ। ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਨੂੰ ਵੀ ਆਪਣੇ ਫੋਰਮ ਤੋਂ ਕੱਢ ਦਿੱਤਾ ਸੀਗਾ। ਹੁਣ ਯੋਗਿੰਦਰ ਯਾਦਵ ਉਹਨਾਂ ਨੇ ਵੀ ਇੱਕ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਕੁਝ ਕਿਸਾਨੀ ਆਗੂ ਪਹਿਲੇ ਤੋਂ ਹੀ ਐਲੀਗੇਸ਼ਨ ਲਾ ਰਹੇ ਨੇ ਕਿ ਯੋਗਿੰਦਰ ਯਾਦਵ ਉਹਨਾਂ ਛੁਪੇ ਤੌਰ ਤੇ ਆਰਐਸਐਸ ਦੇ ਬੰਦੇ ਹੈਗੇ ਨੇ। ਪਰ ਇਹ ਗੱਲ ਕਿੰਨੀ ਕੁ ਸੱਚੀ ਹੈਗੀ ਹੈ, ਕਿੰਨੀ ਕੁ ਝੂਠੀ ਹੈਗੀ ਹੈ, ਪਰ ਉਹਨਾਂ ਦਾ ਸ਼ੁਭਮ ਮਿਸ਼ਰਾ ਦੇ ਘਰ ਜਾਣਾ ਉਹ ਕਿਸਾਨੀ ਆਗੂਆਂ ਨੂੰ ਕੋਈ ਰਾਸ ਨਹੀਂ ਆਇਆ, ਕਿਉਂਕਿ ਜਿਨ੍ਹਾਂ ਵਿਅਕਤੀਆਂ ਨੇ ਗੱਡੀਆਂ ਚੜਾਈਆਂ ਸੀਗੀ, ਜੋ ਉਸ ਗੱਡੀ ਦੇ ਵਿੱਚ ਸਵਾਰ ਸੀ, ਜਿਨ੍ਹਾਂ ਦੇ ਰਾਹੀਂ ਆ ਕਿਸਾਨ ਕੁਚਲੇ ਗਏ, ਉਹਨਾਂ ਦੇ ਘਰ ਤੁਸੀਂ ਅਫਸੋਸ ਕਰਨ ਪਹੁੰਚ ਗਏ। ਆਹ ਕਿੱਥੇ ਦੀ ਰਾਜਨੀਤੀ ਹੈ? ਚਲੋ ਰਾਜਨੀਤੀ ਤੇ ਸ਼ੁਰੂ ਹੋਈ ਹੈ, ਪਰ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਯੋਗਿੰਦਰ ਯਾਦਵ ਉਹਨਾਂ ਇਸ ਅੰਦੋਲਨ ਦੇ ਦਿਮਾਗ ਸੀਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕਿਉਂਕਿ ਜਿਸ ਤਰੀਕੇ ਦੀ ਰਾਜਨੀਤੀ ਯੋਗਿੰਦਰ ਯਾਦਵ ਉਹਨਾਂ ਕਰਦੇ ਸੀਗੇ ਔਰ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਸਲਾਹ ਦਿੰਦੇ ਸੀ ਹਰ ਮੂਵਮੈਂਟ ਦੇ ਉੱਤੇ, ਉਸ ਸਲਾਹ ਕਰਕੇ ਹੀ ਇਹ ਅੰਦੋਲਨ ਸਕਸੈਸਫੁਲ ਹੋਇਆ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ। ਪਰ ਚਲੋ ਇਹ ਰਾਜਨੀਤੀ ਤੇ ਅੱਗੇ ਹੈ ਔਰ ਇਹ ਰਾਜਨੀਤੀ ਹੁਣ ਯੋਗਿੰਦਰ ਯਾਦਵ ਤੋਂ ਵੀ ਉੱਤੇ ਨਿਕਲ ਕੇ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਇਸ ਕਿਸਾਨੀ ਮੁੱਦਿਆਂ ਦਾ ਹੱਲ ਕਰਕੇ ਉਹਨਾਂ ਨੂੰ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੀਜੇਪੀ ਦਾ ਇੱਕ ਵੱਡਾ ਚਿਹਰਾ ਬਣ ਕੇ ਕਿੱਦਾਂ ਉਭਾਰਿਆ ਜਾਏ, ਇਹਦੀ ਤਿਆਰੀ ਚੱਲ ਰਹੀ ਹੈ ਔਰ ਉਹ ਕਿੰਨੀ ਕੁ ਤਿਆਰੀ ਸਕਸੈਸਫੁਲ ਹੁੰਦੀ ਹੈ ਇਹ ਅੱਗੇ ਆਣ ਕੇ ਪਤਾ ਲੱਗੇਗਾ। ਪਰ ਕੱਲ ਸਾਨੂੰ ਇੱਕ ਉੜਦੀ ਹਵਾ ਕਹੋ ਜਾਂ ਸੋਰਸ ਦੇ ਰਾਹੀਂ ਕਹੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਇੱਕ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਔਰ ਜਿੱਥੇ ਤੱਕ ਕਿਸਾਨ ਅੰਦੋਲਨ ਦਾ ਜਾਂ ਇਹਨਾਂ 3 ਕਾਨੂੰਨਾਂ ਦੀ ਗੱਲ ਹੈਗੀ ਹੈ, ਭਾਜਪਾ ਅੱਜ ਦੀ ਡੇਟ ਵਿੱਚ ਇਹ 3 ਕਾਨੂੰਨਾਂ ਨੂੰ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈਗੀ।
ਸਲਾਹ ਔਰ ਜਿਹੜਾ ਮਸ਼ਵਰਾ ਇਸ ਗੱਲ ਦੇ ਉੱਤੇ ਹੋ ਰਿਹਾ ਹੈ ਵੀ 3 ਜਾਂ 4 ਸਾਲ ਵਾਸਤੇ ਇਹਨਾਂ ਕਾਨੂੰਨਾਂ ਨੂੰ ਅੱਗੇ ਪਾ ਦਿੱਤਾ ਜਾਏ। ਔਰ ਜਿੱਥੇ ਤੱਕ MSP ਦੇ ਉੱਤੇ ਗਰੰਟੀ ਵਾਲੇ ਕਾਨੂੰਨ ਦੀ ਗੱਲ ਹੈ, ਉਹਦੇ ਵਿੱਚ ਵੀ ਭਾਜਪਾ ਦਾ ਰਵੱਈਆ ਕੋਈ ਸਾਫ਼ ਨਹੀਂ ਹੈਗਾ, ਕਿਉਂਕਿ ਇਹ ਗਰੰਟੀ ਵਾਲਾ ਕਾਨੂੰਨ ਉਹ ਭਾਜਪਾ ਦੀ ਸਰਕਾਰ ਦੇ ਹੀ ਨਹੀਂ ਸਕਦੀ, ਕਿਉਂਕਿ ਇਹ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਲੈਣ ਵਾਲੀ ਗੱਲ ਹੋਏਗੀ, ਜੋ ਸਰਕਾਰ ਦੇ ਵੱਸ ਦਾ ਨਹੀਂ ਹੈ ਕਿ ਇਹਨੂੰ ਸਿਰੇ ਚਲਾ ਸਕਣ। ਇਸ ਤਰੀਕੇ ਨਾਲ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਟਾਸਕ ਤੇ ਟਾਰਗੇਟ ਚੇਂਜ ਕੀਤਾ ਜਾ ਸਕਦਾ ਹੈ। ਉਹ ਟਾਸਕ ਤੇ ਟਾਰਗੇਟ G23 ਵੀ ਹੋ ਸਕਦਾ ਹੈ ਕਿ G23 ਦੇ ਲੀਡਰਾਂ ਨੂੰ ਭਾਜਪਾ ਦੇ ਵਿੱਚ ਜਾਂ ਭਾਜਪਾ ਦੇ ਨਜ਼ਦੀਕ ਕਿੱਦਾਂ ਲੈ ਕੇ ਆਉਣਾ ਹੈ। ਭਾਵੇਂ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਇੱਦਾਂ ਦੇ ਲੀਡਰ ਹੈ ਜਿਨ੍ਹਾਂ ਨੇ ਆਲਰੇਡੀ ਭਾਜਪਾ ਦੇ ਨਾਲ ਚੈਨਲ ਖੋਲਿਆ ਹੋਇਆ ਹੈ। ਤੁਹਾਨੂੰ ਰੰਧਾਵਾ ਜੀ ਯਾਦ ਹੋਏਗਾ, CWC ਮੀਟਿੰਗ ਦੇ ਪਹਿਲੋਂ ਲੱਗਦਾ ਸੀਗਾ ਕਿ G23 ਦੇ ਲੀਡਰ ਉੱਥੇ ਬੜਾ ਇੱਕ ਰੋਲਾ ਰੱਪਾ ਪਾਉਣਗੇ, ਆਪਣੀ ਆਵਾਜ਼ ਉਠਾਉਣਗੇ, ਪਰ ਉੱਥੇ ਸਾਰੇ ਚੁੱਪ ਰਹੇ। ਕਾਰਨ ਕਿ ਉਹ ਮੌਕਾ ਉਹਨਾਂ ਨੂੰ ਇੱਦਾਂ ਲੱਗਿਆ ਕਿ ਇਸ ਮੌਕੇ ਤੇ ਅਸੀਂ ਕੁਝ ਬੋਲਦੇ ਹਾਂ ਔਰ ਫੇਲ ਹੋ ਜਾਂਦੇ ਹਾਂ ਤੇ ਅੱਗੇ ਚੱਲ ਕੇ ਜਿਹੜੀ ਦੂਜੀ ਪਾਰਟੀਆਂ ਦੇ ਵਿੱਚ ਸਾਡਾ ਮੋਲ ਭਾਅ ਪੈ ਰਿਹਾ ਉਹ ਕਿਤੇ ਘੱਟ ਨਾ ਹੋ ਜਾਏ। ਔਰ G23 ਵਾਲੀ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ G23 ਦੇ ਲੀਡਰ ਬਣ ਕੇ ਭਾਜਪਾ ਦੇ ਨਾਲ ਅਗਰ ਆਪਣੀ ਨਜ਼ਦੀਕੀਆਂ ਵਧਾਉਂਦੇ ਨੇ ਤੇ ਉਹਨਾਂ ਦਾ ਨੈਸ਼ਨਲ ਲੈਵਲ ਤੇ ਇੱਕ ਟਾਸਕ ਮਿਲਦਾ ਉਹਨਾਂ ਨੂੰ। ਔਰ ਵੱਡੀ ਜ਼ਿੰਮੇਵਾਰੀਆਂ ਦੀ ਮੈਂ ਹਜੇ ਇਸ ਕਰਕੇ ਗੱਲ ਨਹੀਂ ਕਰ ਰਿਹਾ ਕਿਉਂਕਿ ਉਹਦੇ ਸਾਡੇ ਕੋਲ ਕੋਈ ਪੁਖਤਾ ਸਬੂਤ ਨਹੀਂ, ਕੋਈ ਪੁਸ਼ਟੀ ਨਹੀਂ, ਪਰ ਇਹ ਜ਼ਿੰਮੇਵਾਰੀ ਕੇਂਦਰੀ ਮੰਤਰੀ ਤੋਂ ਵੀ ਉੱਤੇ ਦੀ ਜ਼ਿੰਮੇਵਾਰੀ ਹੈ ਜਿਹਨੂੰ ਦੇਣ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਨਕਾਰ ਚੁੱਕੇ ਆ ਕਿ ਮੈਂ ਕੋਈ ਵੀ ਵਜ਼ੀਰੀ ਨਹੀਂ ਲੈਣੀ, ਕਿਉਂਕਿ ਮੇਰਾ ਸਾਰਾ ਮਕਸਦ ਪੰਜਾਬ ਵਿੱਚ ਆ। ਮੈਂ 2 ਵਾਰੀ ਕੇਂਦਰ ਦੀ ਰਾਜਨੀਤੀ ਤੋਂ ਅਸਤੀਫਾ ਦੇ ਚੁੱਕਿਆ ਔਰ ਮੈਂ ਪੰਜਾਬ ਦੇ ਰਾਜਨੀਤੀ 'ਚ ਹੀ ਦਿਲਚਸਪੀ ਰੱਖਦਾ। ਲੇਕਿਨ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਜਿਹੜੇ G23 ਜਾਂ ਹੁਣ ਬੇਸ਼ੱਕ ਉਹਦੇ 'ਚ ਵਾਧਾ ਵੀ ਹੋਇਆ ਹੋਵੇ ਜਾਂ ਕੁਝ ਪਿੱਛੇ ਵੀ ਪਰਤ ਗਏ ਹੋਣ, ਜਿਹੜੇ ਵੱਡੇ ਕਾਂਗਰਸ ਦੇ ਲੀਡਰ ਆ ਉਹ BJP ਦੇ ਵਿੱਚ ਭਾਵੇਂ ਨਾ ਜਾਣ, ਲੇਕਿਨ ਉਹ ਕਾਂਗਰਸ ਦੇ ਖਿਲਾਫ ਹੋਣ ਜਾਂ ਕੋਈ ਨਵੇਂ ਪਲੇਟਫਾਰਮ ਬਣਾਉਣ ਜਿਨ੍ਹਾਂ ਨੂੰ ਸਪੋਰਟ ਕੀਤਾ ਜਾ ਸਕੇ। ਇਹ ਤਾਂ BJP ਦੀ ਪੁਰਾਣੀ ਕੋਸ਼ਿਸ਼ ਹੈ, ਕਾਂਗਰਸ ਨੂੰ ਜਾਂ ਕਾਂਗਰਸ ਮੁਕਤ ਭਾਰਤ ਕਰਨ ਵਾਲੇ ਨਾਅਰੇ ਨੂੰ ਅੱਗੇ ਵਧਾਉਣਾ। ਲੇਕਿਨ ਇਹਦੇ ਨਾਲੋਂ ਵੀ ਜ਼ਿਆਦਾ ਦਿਲਚਸਪ ਇਹ ਹੋਊਗਾ ਕਿ ਉਹ ਆਪਣੇ ਗਲ ਪਿਆ ਕਿਸਾਨੀ ਮਾਮਲਾ ਕਿਸ ਤਰੀਕੇ ਨਾਲ ਉਤਾਰ ਸਕਦੇ ਆ ਔਰ ਇਹਦੇ ਲਈ ਉਹਨਾਂ ਕੋਲ ਇਸ ਵੇਲੇ ਬਹੁਤੇ ਰਾਹ ਨਹੀਂ ਬਚੇ। ਯੂਪੀ ਦੀ ਇਲੈਕਸ਼ਨ ਤੁਰੰਤ ਆਉਣ ਵਾਲੀ ਆ। ਪੰਜਾਬ ਜੇ ਉਹਨਾਂ ਦੀ ਤਰਜੀਹ ਨਾ ਵੀ ਹੋਵੇ, ਯੂਪੀ ਵਰਗੀ ਵੱਡੀ ਸਟੇਟ ਦੇ ਵਿੱਚ ਆਪਣੇ ਆਪ ਨੂੰ ਰਿਪੀਟ ਕਰਨਾ, ਆਪਣੇ ਆਪ ਨੂੰ ਉਸੇ ਹੀ ਮਿਆਰ ਤੇ ਖੜੇ ਰੱਖਣਾ, ਸੀਟਾਂ ਦਾ ਬਹੁਤਾ ਨਾ ਘਟਣਾ, ਇਹ ਉਹਨਾਂ ਦੀ ਤਰਜੀਹ ਹੋਊਗੀ। ਇਹਦੇ ਲਈ ਕਿਸਾਨੀ ਅੰਦੋਲਨ ਨੂੰ ਰੋਕਣਾ ਜਾਂ ਮੱਧਮ ਪਾਉਣਾ ਇਹ ਯਤਨ ਜ਼ਰੂਰ ਰਹਿਣਗੇ। ਕੁਝ ਧਿਰਾਂ ਕਿਸੇ ਵੀ ਮੌਕੇ ਸਮਝੌਤੇ ਲਈ ਮੰਨ ਸਕਦੀਆਂ, ਕੁਝ ਕਿਸਾਨ ਜਥੇਬੰਦੀਆਂ ਭਾਵੇਂ ਇਹਦੇ ਵਿੱਚ ਨਾ ਸ਼ਾਮਲ ਹੋਣ, ਕੁਝ ਤਾਂ ਅਨਾਉਂਸਮੈਂਟ ਹੋ ਸਕਦੀ ਹੈ। ਇਹ ਬਹੁਤ ਦਿਲਚਸਪ ਹੋਊਗਾ ਕਿ ਜਿੰਨੀਆਂ ਵੀ ਜਥੇਬੰਦੀਆਂ ਹੁਣ ਟਿਕਰੀ ਤੇ ਉਗਰਾਹਾਂ ਬੈਠੇ ਆ, ਉਹਨਾਂ ਦੀ ਆਪਣੀ ਸੋਚ ਹੈ। ਜੋਗਿੰਦਰ ਸਿੰਘ ਉਗਰਾਹਾਂ ਇਹਨਾਂ ਸਮਝੌਤਿਆਂ ਲਈ ਰਜ਼ਾਮੰਦ ਹੁੰਦੇ ਕਿ ਨਹੀਂ, ਇਹ ਵੀ ਦੇਖਣਾ ਹੋਊਗਾ। ਲੇਕਿਨ ਜੇਕਰ ਉਹ ਅੱਧ-ਪਚੱਧ ਲੋਕਾਂ ਨੂੰ ਵੀ ਮਨਾਉਣ 'ਚ ਕਾਮਯਾਬ ਰਹਿੰਦੇ ਆ ਤੇ ਉਸ ਤੋਂ ਬਾਅਦ ਅੰਦੋਲਨ ਨੂੰ ਖੜਾ ਰੱਖਣਾ ਉਨਾ ਹੀ ਔਖਾ ਹੋਊਗਾ, ਕਿਉਂਕਿ ਅਦਾਲਤਾਂ ਬਾਰ-ਬਾਰ ਕਹਿ ਚੁੱਕੀਆਂ ਕਿ ਰਾਹ ਰਸਤੇ ਖਾਲੀ ਕਰੋ। ਸਰਕਾਰਾਂ ਲਈ ਆਸਾਨ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਦੀ ਭੰਨ ਤੋੜ ਕਰ ਲੈਂਦੇ ਹੋ। ਕਿਸਾਨ ਅੰਦੋਲਨ ਅਜੇ ਤੱਕ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦਾ ਸੰਕੇਤ ਤਾਂ ਨਹੀਂ ਦੇ ਰਿਹਾ ਕਿ ਉਹਨਾਂ 'ਚ ਕੋਈ ਫੁੱਟ ਹੈ ਜਾਂ ਫੁੱਟ ਵਧੂਗੀ, ਲੇਕਿਨ ਇਹਦੇ 'ਚ ਕੋਈ ਦੋ ਰਾਏ ਵੀ ਨਹੀਂ ਕਿ ਸਰਕਾਰਾਂ ਦੇ ਬਹੁਤ ਵੱਡੇ ਹੱਥ ਹੁੰਦੇ ਆ। ਕਿਸੇ ਵੀ ਵਿਅਕਤੀ ਨੂੰ ਭਰਮਾ ਲੈਣਾ ਜਾਂ ਕਿਸੇ ਵੀ ਵਿਅਕਤੀ ਦਾ ਸਰਕਾਰਾਂ ਦੇ ਨਾਲ ਚਲੇ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਉਹਨਾਂ ਕੋਲ ਦੇਣ ਲਈ ਬੜੇ ਵੱਡੇ ਅਹੁਦੇ ਹੁੰਦੇ ਆ। ਪਰ ਅੰਦੋਲਨ ਜਿਹੜਾ ਪੰਜਾਬ ਦੇ ਨਜ਼ਰੀਏ ਤੋਂ ਜੇ ਸਕਾਰਾਤਮਕ ਤਰੀਕੇ ਨਾਲ ਮੁੱਕੇ, ਇਹ ਕਿਸਾਨੀ ਲਈ ਕੁਝ ਲੈ ਕੇ ਆਵੇ ਪੈਕੇਜ ਦੇ ਰੂਪ 'ਚ ਜਾਂ ਹੋਰ, ਇਹ ਲੋਕਾਂ ਦੀ ਬਹੁਤ ਦੇਰ ਦੀ ਖਾਹਿਸ਼ ਆ ਕਿ ਹੁਣ ਇਸ ਵਾਰੀ ਅਸੀਂ ਹਰ ਕੇ ਨਾ ਉੱਠੀਏ, ਕਿਉਂਕਿ ਪੂਰੇ ਦਾ ਪੂਰਾ ਪੰਜਾਬ ਤੇ ਪੰਜਾਬ ਦਾ ਹਰ ਵਰਗ ਇਹਦੇ 'ਚ ਖੜਾ ਹੈ। ਸਰਕਾਰਾਂ ਨੂੰ ਵੀ ਜਿੱਦ ਛੱਡਣੀ ਚਾਹੀਦੀ ਹੈ, ਲੇਕਿਨ ਦੂਜੇ ਬੰਨੇ ਇਹ ਵੀ ਦੇਖਣਾ ਪੈਣਾ ਹੈ ਕਿ ਪੰਜਾਬ ਕਾਂਗਰਸ ਦਾ ਕਲੇਸ਼ ਕਦੋਂ ਮੁੱਕਦਾ ਹੈ ਤਾਂ ਕਿ ਬਾਕੀ ਮੁੱਦੇ ਵੀ ਐਡਰੈਸ ਕੀਤੇ ਜਾ ਸਕਣ। ਕੋਈ ਨਾ ਕੋਈ ਰੋਜ਼ ਨਵੀਂ ਖਬਰ ਆ ਜਾਂਦੀ ਹੈ, ਉਹਦੇ ਤੇ ਚਰਚਾ ਕਰਨੀ ਬਣਦੀ ਹੈ ਕਿ ਕਿਉਂਕਿ ਬਹੁਤੀ ਆਡੀਅנס ਇਹ ਚਾਹੁੰਦੀ ਹੁੰਦੀ ਹੈ ਕਿ ਤੁਸੀਂ ਜਿਹੜੇ ਕਰੰਟ ਮੁੱਦੇ ਆ, ਜਿਹੜੇ ਭਖਦੇ ਮੁੱਦੇ ਆ, ਉਹਨਾਂ ਤੋਂ ਬਾਹਰ ਨਾ ਜਾਓ। ਸੋ ਭਾਸਕਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।